ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਦੀਆਂ ਸਾਖੀਆਂ ਬਾਰੇ ਜਾਣੂ ਕਰਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਤੇ ਅੱਜ ਅਸੀਂ ਉਹਨਾਂ ਦੀ ਅਗਲੀ ਸਾਖੀ ਨਗਰੋਟੇ ਨੂੰ ਤੁਹਾਨੂੰ ਜਾਣੂ ਕਰਾਵਾਂਗੇ। 1 ਅਪ੍ਰੈਲ ਦੀ ਪੂਰਨਮਾਸ਼ੀ ਉਪਰੰਤ ਵਿਸਾਖੀ ਦਾ ਪੁਰਬ ਅੱਗੇ ਵਾਂਗ ਦਮਦਮੇ ਸਾਹਿਬ ਮਨਾ ਕੇ ਬਾਬਾ ਜੀ ਠਾਠ ਤੇ ਵਾਪਸ ਆ ਗਏ ਤੇ 30 ਅਪ੍ਰੈਲ ਦੀ ਪੂਰਨਮਾਸ਼ੀ ਪਿੱਛੋਂ ਸ਼ੁਰੂ ਮਈ ਵਿੱਚ ਹੁਕਮ ਅਨੁਸਾਰ ਨਗਰੋਟੇ ਵੱਲ ਪਿਆਨਾ ਕਰ ਦਿੱਤਾ। ਕੀਰਤਨੀਏ ਤੇ ਹੋਰ ਮੁਖੀ ਸੰਗੀਆਂ ਦੇ ਨਾਲ ਗਏ। ਉਹਨਾਂ ਦੇ ਨਾਮ ਹੇਠਲੀ ਵਾਰਤਾ ਤੋਂ ਪਤਾ ਲੱਗਣਗੇ, ਜੋ ਭਾਈ ਸਾਹਿਬ ਕਰਤਾਰ ਸਿੰਘ ਜੀ ਰਾਗੀ ਦੀ ਜ਼ੁਬਾਨੀ ਅੰਕਿਤ ਕੀਤੀ ਗਈ ਹੈ। ਜਦ ਅਸੀਂ ਨਾਨਕਸਰ ਤੋਂ ਲੁਧਿਆਣੇ ਪੁੱਜੇ ਤਾਂ ਉੱਥੇ ਪੁਲ ਕੋਲ ਬਹੁਤ ਸਾਰੀ ਸੰਗਤ ਦਰਸ਼ਨਾਂ ਲਈ ਖੜੀ ਸੀ। ਬਾਬਾ ਜੀ ਦੇ ਪਿੱਛੇ ਕਵੀ ਜੀ ਦੀ ਛੋਟੀ ਕਾਰ ਸੀ, ਜਿਸ ਵਿੱਚ ਗਿਆਨੀ ਸਿੰਘ, ਭਾਈ ਕੇਹਰ ਸਿੰਘ ਤੇ ਮੈਂ ਬੈਠੇ ਸਾਂ। ਸਾਡੀ ਕਾਰ ਵੀ ਬਾਬਾ ਜੀ ਦੀ ਕਾਰ ਦੇ ਪਿੱਛੇ ਖੜੀ ਹੋ ਗਈ ਤੇ ਅਸੀਂ ਬਾਬਾ ਜੀ ਦੇ ਨੇੜੇ ਚਲੇ ਗਏ। ਸਾਨੂੰ ਵੇਖ ਕੇ ਫਰਮਾਇਆ, ਤੁਸੀਂ ਚੱਲੋ, ਸ੍ਰੀ ਅੰਮ੍ਰਿਤਸਰ ਚੱਲ ਕੇ ਠਹਿਰੋ, ਅਸੀਂ ਆਉਣੇ ਹਾਂ। ਸੋ ਕਾਰ ਵਿੱਚ ਬੈਠ ਕੇ ਅਸੀਂ ਟੁਰ ਪਏ। ਜਲੰਧਰ ਤੋਂ ਹਾਲਾਂ 5-7 ਮੀਲ ਉੱਤੇ ਹੀ ਸਾਂ ਕਿ ਅੱਗੇ ਕੁਝ ਮੁਸਲਮਾਨ ਦੋਧੀ ਗੁੱਜਰ ਬਾਈਸਾਈਕਲਾਂ ਤੇ ਆ ਰਹੇ ਸਨ, ਪਰ ਆਪਣੇ ਹੱਥ ਨਹੀਂ ਸਨ। ਨਿਰੰਕਾਰ ਦੀ ਨੇਤ ਡਰਾਈਵਰ ਉਹਨਾਂ ਦੋਧੀਆਂ ਨੂੰ ਬਚਾਉਣ ਲੱਗਾ ਤਾਂ ਉਸ ਦਾ ਪੈਰ ਬ੍ਰੇਕ ਲਾਉਣ ਦੀ ਥਾਂ ਐਕਸਲੇਟਰ ਤੇ ਚਲਾ ਗਿਆ ਤੇ ਕਾਰ ਬੇਕਾਬੂ ਹੋ ਕੇ ਸੜਕੋਂ ਉੱਤਰ ਖੇਤਾਂ ਵਿੱਚ ਜਾ ਕੇ ਉਲਟ ਗਈ। ਉਸ ਗੱਡੀ ਵਿੱਚ ਪੈਟਰੋਲ ਦੇ ਕੁਝ ਟੀਨ ਦੇ ਡੱਬੇ ਰੱਖੇ ਹੋਏ ਸਨ ਤੇ ਅਸੀਂ ਹੇਠਾਂ ਦੱਬੇ ਗਏ। ਇਹ ਦੁਰਘਟਨਾ ਵੇਖ 15-16 ਰਾਹੀ ਦੇ ਨੇੜੇ ਹੱਲ ਚਲਾਉਂਦੇ ਹਾਲੀ ਉੱਥੇ ਆਏ। 2-3 ਦੋਧੀਆਂ ਨੇ ਵੀ ਉਹਨਾਂ ਨੂੰ ਫੜ ਲਿਆ। ਸਾਰਿਆਂ ਨੇ ਜ਼ੋਰ ਲਾ ਕੇ ਕਾਰ ਨੂੰ ਚੁੱਕ ਕੇ ਸਿੱਧਾ ਕਰ ਦਿੱਤਾ। ਛੁੱਟ ਮਾਮੂਲੀ ਰਗੜਾਂ ਕਰਕੇ ਸਾਨੂੰ ਹੋਰ ਕੋਈ ਤਕਲੀਫ ਨਾ ਹੋਈ, ਪਰ ਕਾਰ ਦੇ ਸਾਰੇ ਸ਼ੀਸ਼ੇ ਟੁੱਟ ਗਏ। ਪਰੇ ਹੋ ਕੇ ਅਸੀਂ ਤਾਂ ਲੰਮੇ ਪੈ ਗਏ। ਇਸ ਸਾਰੀ ਦੁਰਘਟਨਾ ਦੇ ਜ਼ਿੰਮੇਵਾਰ ਉਹ ਦੋਧੀ ਸਨ, ਕਿਉਂਕਿ ਉਹ ਗਲਤ ਪਾਸੇ ਤੇ ਆ ਰਹੇ ਸਨ। ਇੰਨੇ ਚਿਰ ਵਿੱਚ ਬਾਬਾ ਜੀ ਦੀ ਕਾਰ ਵੀ ਆ ਗਈ, ਜਿਸ ਨੂੰ ਹਰੀ ਸਿੰਘ ਡਰਾਈਵਰ ਚਲਾ ਰਿਹਾ ਸੀ। ਉਸਨੇ ਸਾਡੀ ਕਾਰ ਵੇਖ ਕੇ ਆਪ ਹੀ ਖੜੀ ਕਰ ਦਿੱਤੀ। ਉੱਤਰ ਕੇ ਬਾਬਾ ਜੀ ਸਾਡੇ ਕੋਲ ਆ ਗਏ। ਉੱਥੇ 25-30 ਆਦਮੀ ਇਕੱਠੇ ਹੋ ਗਏ। ਲੁਧਿਆਣੇ ਵੱਲ ਜਾਂਦੀ ਇੱਕ ਹੋਰ ਕਾਰ ਸਾਨੂੰ ਵੇਖ ਕੇ ਖੜੀ ਹੋ ਗਈ। ਉਸ ਵਿੱਚ ਕਈ ਸਰਦਾਰ ਸਨ। ਉਹਨਾਂ ਨੇ ਉੱਤਰ ਕੇ ਮੱਥਾ ਟੇਕਿਆ। ਸਾਡੇ ਡਰਾਈਵਰ ਦੇ ਸਮਾਚਾਰ ਦੱਸਣ ਪਰ ਇੱਕ ਸਰਦਾਰ ਨੇ ਕਿਹਾ, ਜੇ ਹੁਕਮ ਹੋਵੇ ਤਾਂ ਇਹਨਾਂ ਦੋਧੀਆਂ ਨੂੰ ਪੁਲਿਸ ਦੇ ਹਵਾਲੇ ਕਰਕੇ ਮੁਕੱਦਮਾ ਚਲਾਇਆ ਜਾਵੇ। ਬਾਬਾ ਜੀ ਦੋਧੀਆਂ ਨੂੰ ਆਪਣੇ ਕੋਲ ਸੱਦ ਕੇ ਪੁੱਛਣ ਲੱਗੇ, ਕਿਉਂ ਭਾਈ, ਤੁਸੀਂ ਇਸ ਪਾਪ ਦਾ ਲੇਖਾ ਕਿਵੇਂ ਦਿਓਗੇ? ਇਹ ਰੱਬ ਦੀ ਬੰਦਗੀ ਕਰਨ ਵਾਲੇ ਸਨ, ਤੁਹਾਨੂੰ ਕੌਣ ਬਖਸ਼ੇਗਾ? ਉਹ ਤਿੰਨੇ ਜਣੇ ਬਾਬਾ ਜੀ ਦੇ ਚਰਨਾਂ ਤੇ ਢਹਿ ਪਏ ਤੇ ਰੋ ਕੇ ਆਖਣ ਲੱਗੇ, ਤੁਸੀਂ ਕੋਈ ਕਾਮਲ ਫਕੀਰ ਹੋ। ਹੋਰ ਨਿਮਰਤਾ ਦੇ ਲਫ਼ਜ਼ ਕਹਿੰਦਿਆਂ ਹੋਇਆਂ ਸਾਡੇ ਕਸੂਰ ਦੀ ਮੁਆਫ਼ੀ ਬਖਸ਼ੋ। ਬਾਬਾ ਜੀ, ਅੱਛਾ ਭਾਈ, ਤੁਹਾਨੂੰ ਮਾਫ਼ ਤਾਂ ਕੀਤਾ, ਪਰ ਤੁਸੀਂ ਰੱਬ ਦੀ ਬੰਦਗੀ ਹੁੰਦੇ ਹੋ। ਉਹਨਾਂ ਦੇ ਅਸੀਂ ਤਾਂ ਕੁਛ ਨਹੀਂ ਕਰਦੇ ਕਹਿਣ ਤੇ। ਸਵੇਰੇ ਉੱਠ ਕੇ ਬੰਦਗੀ ਕਰਿਆ ਕਰੋ, ਰੱਬ ਰੱਬ ਕੂਕਿਆ ਕਰੋ। ਕੁਝ ਹੋਰ ਵੀ ਮੁਸਲਮਾਨ ਖੜੇ ਸਨ। ਉਹਨਾਂ ਨੇ ਰੱਬ ਨੂੰ ਯਾਦ ਕਰਨ ਦੀ ਜੁਗਤੀ ਪੁੱਛੀ, ਜਿਸ ਪਰ ਬਾਬਾ ਜੀ ਨੇ ਐਸੇ ਮੁਸਲਮਾਨੀ ਮੰਤ ਦੇ ਬਚਨ ਸੁਣਾਏ ਕਿ ਉਹ ਸੁਣ ਕੇ ਉਹ ਹੈਰਾਨ ਹੋ ਗਏ। ਬਾਬਾ ਜੀ ਨੇ ਇਹ ਵੀ ਦੱਸਿਆ ਕਿ ਅੱਲਾਹੂ ਕਿਵੇਂ ਜਪਣਾ ਚਾਹੀਦਾ ਹੈ। ਬਾਬਾ ਜੀ ਦੇ ਉਹ ਬੜੇ ਪ੍ਰਸੰਨ ਹੋਏ। ਮੱਥਾ ਟੇਕ ਕੇ ਉਹ ਕਹਿਣ ਲੱਗੇ ਕਿ ਅਸੀਂ ਬੜੇ ਫਕੀਰਾਂ ਦੇ ਕੋਲ ਗਏ ਹਾਂ, ਪਰ ਇਸ ਤਰ੍ਹਾਂ ਕੋਈ ਵੀ ਸਾਨੂੰ ਸਮਝਾ ਨਹੀਂ ਸਕਿਆ। ਬਾਬਾ ਜੀ ਦੇ ਰਾਹ ਵਿੱਚ ਠਹਿਰਨ ਦੇ ਪ੍ਰੋਗਰਾਮ ਸਧਾਰਨ ਸੰਸਾਰੀਆਂ ਵਾਂਗ ਗਿਣੇ ਮਿੱਥੇ ਨਹੀਂ ਸਨ ਹੁੰਦੇ। ਮਾਲਕ ਦੇ ਹੁਕਮ ਤੇ ਜੀਵਾਂ ਦੇ ਪੁੰਨਾਂ ਅਨੁਸਾਰ ਚੱਲਦੇ ਹਨ। ਕਦੀ ਪਹਿਲਾਂ ਤਾਰ ਦੁਆਰਾ ਕਿਸੇ ਵਿਸ਼ੇਸ਼ ਸੰਗੀ ਨੂੰ ਖਬਰ ਕਰ ਦਿੰਦੇ ਤੇ ਕਦੀ ਨਹੀਂ।
ਪਤਾ ਨਹੀਂ ਜਲੰਧਰ ਦੀ ਸੰਗਤ ਨੂੰ ਠੀਕ ਖਬਰ ਸੀ ਕਿ ਨਹੀਂ। ਵੈਸੇ ਸੰਗੀ ਦਰਸ਼ਨਾਂ ਦੀ ਉਡੀਕ ਵਿੱਚ ਤਾਂ ਸਨ, ਪਰ ਉਹਨਾਂ ਨੂੰ ਪਤਾ ਹੀ ਨਾ ਲੱਗਾ ਕਿ ਬਾਬਾ ਜੀ ਦੀ ਕਾਰ ਵੀ ਕਿਸ ਵੇਲੇ ਲੰਘ ਗਈ। ਨਿਰਾਸ਼ ਹੋ ਕੇ ਸੰਗੀਆਂ ਨੇ ਕੀ ਕੀਤਾ, ਇਸ ਦਾ ਹਾਲ ਅੱਗੇ ਆਏਗਾ। ਇਸ ਤਰ੍ਹਾਂ ਰਾਹ ਵਿੱਚ ਬਾਬਾ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੇਵਲ ਮੱਥਾ ਟੇਕ ਕੇ ਅਗਾਂਹ ਚਾਲੇ ਪਾ ਦਿੱਤੇ ਸਨ। 1940 ਬਾਗਾਂ ਵਿੱਚ ਦਿੱਤੇ ਬਚਨ ਅਨੁਸਾਰ ਕਿ ਜਦੋਂ ਹੁਕਮ ਹੋ ਗਿਆ ਆਵਾਂਗੇ, ਸਰਦਾਰ ਅਛਰ ਸਿੰਘ, ਸਾਧੂ ਸਿੰਘ, ਸੰਤਾ ਸਿੰਘ ਭਰਾਵਾਂ ਦੀ ਪੁਨਰ ਬੇਨਤੀ ਪ੍ਰਵਾਨ ਕਰਦੇ ਹੋਏ ਉਹਨਾਂ ਦੇ ਪਿੰਡ ਗਾਜੀ ਨੰਗਲ ਸੇਹੜਾ, ਜੋ ਬਟਾਲੇ ਤੋਂ 10-12 ਮੀਲ ਦੀ ਵਿੱਥ ਤੇ ਇੱਕ ਪਾਸੇ ਸੀ, ਪਿੰਡੋਂ ਬਾਹਰ ਇੱਕ ਸੂਏ ਤੇ ਠਹਿਰੇ। ਕਾਰਨ ਇਹ ਵੀ ਬਣਿਆ ਕਿ ਗੁਰੂ ਸਾਹਿਬ ਦੀ ਸਵਾਰੀ, ਜੋ ਮੋਟਰ ਪੁੱਜਣ ਵਿੱਚ ਦੇਰੀ ਹੋ ਜਾਣ ਕਾਰਨ ਦਿੱਲੀ ਵਾਲੇ ਸਰਦਾਰ ਅਵਤਾਰ ਸਿੰਘ ਲਿਆ ਰਹੇ ਸਨ, ਪਿੱਛੇ ਰਹਿ ਗਈ ਸੀ। ਇੱਥੇ ਠਹਿਰਨ ਕਾਰਨ ਇਤਨੇ ਚਿਰ ਵਿੱਚ ਸਤਿਗੁਰਾਂ ਦੀ ਮੋਟਰ ਨਗਰੋਟੇ ਪਹਿਲਾਂ ਪੁੱਜ ਗਈ। ਬਾਬਾ ਜੀ ਨੇ ਆਉਂਦਿਆਂ ਸਾਰ ਹੀ ਸਰਦਾਰ ਨਿਰਮਲ ਸਿੰਘ ਨੂੰ ਕਿਵੇਂ ਨਿਵਾਜਿਆ ਤੇ ਪਿੱਛੋਂ ਸਦਾ ਲਈ ਆਪਣੇ ਚਰਨੀ ਲਾ ਲਿਆ, ਉਸ ਦਾ ਵਰਣਨ ਹੱਡਬੀਤੀਆਂ ਵਿੱਚ ਆਇਆ ਹੈ। ਇੱਧਰ ਵਕੀਲ ਹੋਰੀ ਬਾਬਾ ਜੀ ਦੀ ਉਡੀਕ ਵਿੱਚ ਸਨ। ਉਹਨਾਂ ਨੂੰ ਸਾਡੀ ਖਬਰ ਦੇਣ ਦੀ ਦੇਰ ਸੀ ਕਿ ਉੱਧਰੋਂ ਬਾਬਾ ਜੀ ਦੀ ਮੋਟਰ ਆ ਗਈ, ਜਿਸ ਦੇ ਆਉਂਦਿਆਂ ਸਾਰ ਅਗਾਂਹ ਹੋ ਕੇ ਬੜੇ ਸਤਿਕਾਰ ਨਾਲ ਜਦ ਵਕੀਲ ਹੋਰਾਂ ਨੇ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਚੰਗਾ ਭਾਈ ਜੀ ਆਇਆਂ ਨੂੰ ਕਹਿ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤੀ। ਦੱਸਿਆ ਜਾਂਦਾ ਹੈ ਕਿ ਕੋਠੀ ਅੰਦਰ ਬੈਠਿਆਂ ਵਕੀਲ ਨੇ ਇਹ ਦ੍ਰਿਸ਼ ਵੇਖਿਆ ਹੈ ਕਿ ਪਾਲਮਪੁਰ ਵੱਲੋਂ ਇੱਕ ਹਾਥੀ ਆਇਆ ਹੈ, ਜਿਸ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਬਿਰਾਜਮਾਨ ਹਨ। ਦਰਸ਼ਨ ਕਰਨ ਲਈ ਕੋਠੀ ਤੋਂ ਬਾਹਰ ਵਕੀਲ ਜੀ ਨਿਕਲੇ ਹੀ ਸਨ ਕਿ ਹਾਥੀ ਪਹਾੜੀ ਵੱਲ ਹੋ ਕੇ ਉਸ ਉੱਪਰ ਚੜ੍ਹ ਗਿਆ ਹੈ। ਫਿਰ ਸਵੱਛ ਜਲ ਇੱਕ ਚਸ਼ਮੇ ਪਾਸ ਉਤਰਿਆ ਹੈ। ਗੁਰੂ ਸਾਹਿਬ ਉਸ ਚਸ਼ਮੇ ਤੇ ਇਸ਼ਨਾਨ ਕਰਨ ਉਪਰੰਤ ਹਾਥੀ ਸਹਿਤ ਅਲੋਪ ਹੋ ਗਏ ਹਨ। ਇਹ ਵਿਥਿਆ ਜਦ ਵਕੀਲ ਹੋਰਾਂ ਨੇ ਬਾਬਾ ਜੀ ਨੂੰ ਸੁਣਾਈ ਤਾਂ ਉਹਨਾਂ ਪੁੱਛਿਆ ਕਿ ਇਹ ਅਸਥਾਨ ਕਿੱਥੇ ਹੈ, ਪਰ ਭਾਲ ਕਰਨ ਤੇ ਵੀ ਵਕੀਲ ਹੋਰਾਂ ਨੂੰ ਅਸਥਾਨ ਦਾ ਪਤਾ ਨਾ ਲੱਗਿਆ, ਜਿਸ ਪਰ ਬਾਬਾ ਜੀ ਨੇ ਫਰਮਾਇਆ ਕਿ ਦੱਸਣ ਵਾਲਾ ਆਪੇ ਹੀ ਆ ਜਾਂਦਾ ਹੈ। ਇਤਨਾ ਕਹਿ ਹੀ ਰਹੇ ਸਨ ਕਿ ਵੱਡਾ ਸਾਰਾ ਇੱਕ ਚਿੱਟਾ ਸੱਪ ਨਿਕਲਿਆ। ਜਦ ਬਾਬਾ ਜੀ ਨੇ ਕਿਹਾ ਕਿ ਇਹੋ ਹੀ ਰਾਹ ਦੱਸਣ ਵਾਲਾ ਆ ਗਿਆ ਹੈ, ਅੱਗੇ ਅੱਗੇ ਸੱਪ ਤੇ ਪਿੱਛੇ ਬਾਬਾ ਜੀ ਦੇ ਵਕੀਲ ਟੁਰੇ ਗਏ। ਚਸ਼ਮੇ ਵਾਲੇ ਅਸਥਾਨ ਤੇ ਪੁੱਜੇ ਤਾਂ ਸੱਪ ਅਲੋਪ ਹੋ ਗਿਆ। ਇੱਧਰ ਵਕੀਲ ਹੋਰਾਂ ਨੇ ਚੇਤਾ ਕਰ ਪਛਾਣ ਕੇ ਕਿਹਾ ਕਿ ਠੀਕ ਇਹੋ ਹੀ ਚਸ਼ਮਾ ਹੈ ਜਿੱਥੇ ਸਤਿਗੁਰਾਂ ਨੇ ਇਸ਼ਨਾਨ ਕੀਤਾ ਸੀ। ਇਸ ਪਰ ਬਾਬਾ ਜੀ ਦੇ ਹੁਕਮ ਅਨੁਸਾਰ 5x5 ਫੁੱਟ ਤੇ ਲੱਖ ਡੂੰਘਾ ਇੱਕ ਚੁਬੱਚਾ ਬਣਾਇਆ ਗਿਆ। ਚੁਬੱਚੇ ਤੋਂ ਹੇਠਾਂ ਜਿਹੜਾ ਜਲ ਡਿੱਗਦਾ ਸੀ, ਉਸ ਨਾਲ ਬਾਬਾ ਜੀ ਆਪ ਵੀ ਇਸ਼ਨਾਨ ਕਰਿਆ ਕਰਦੇ ਸਨ ਤੇ ਸੰਗਤਾਂ ਨੂੰ ਵੀ ਇਸ਼ਨਾਨ ਕਰਨ ਲਈ ਕਹਿੰਦੇ ਸਨ। ਕਈ ਵੇਰੀ ਪੂਰਨਮਾਸ਼ੀ ਦਾ ਪ੍ਰਸ਼ਾਦ ਤੱਕ ਭੁਗਤਤਾ ਜਦ ਸੰਗਤ ਹੇਠਾਂ ਜਾ ਕੇ ਇਸ਼ਨਾਨ ਕਰ ਆਉਂਦੀ। ਸਰਦਾਰ ਨਾਨਕ ਸਿੰਘ ਨੇ ਦੱਸਿਆ ਕਿ ਬਾਬਾ ਜੀ ਨੇ ਆਉਂਦਿਆਂ ਹੀ ਸਾਨੂੰ ਠਾਠ ਬਣਾਉਣ ਦੀ ਸਾਰੀ ਵਿਉਂਤ ਸਮਝਾਈ। ਇਸ ਪਰ ਕੱਚੀਆਂ ਇੱਟਾਂ ਪਵਾ ਕੇ ਤੇ ਉੱਤੇ ਸਲੇਟਾਂ ਲਵਾ ਕੇ ਹਦਾਇਤ ਅਨੁਸਾਰ ਅਸੀਂ ਠਾਠ ਤਿਆਰ ਕੀਤਾ। ਪਹਾੜੀ ਜਿਹੀ ਉੱਤੇ ਇੱਕ ਖੁੱਲੀ ਥਾਂ ਤੇ, ਜੋ ਬਗੀਚੇ ਵਾਲੀ ਕੋਠੀ ਤੋਂ 1 ਮੀਲ ਦੀ ਵਿੱਥ ਤੇ ਸੀ, ਬਾਬਾ ਜੀ ਨੇ ਫਿਰ ਸਾਨੂੰ ਪਹਾੜ ਵਿੱਚ ਗੁਫਾ ਬਣਾਉਣ ਲਈ ਹੁਕਮ ਦਿੱਤਾ। ਅਸੀਂ 5-6 ਜਣਿਆਂ ਨੇ ਮਿਲ ਕੇ ਨਾਲ ਪਹਾੜ ਨੂੰ ਪੁੱਟ ਕੇ 12-12 ਫੁੱਟ ਲੰਮੀ ਚੌੜੀ ਤੇ ਉੱਤੋਂ ਗੋਲ ਡਾਟ ਵਾਲੀ ਗੁਫਾ ਬਣਾਈ। ਜਦ ਅੰਦਰ ਚਿੱਟੀਆਂ ਚੱਦਰਾਂ ਮੜ੍ਹ ਕੇ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤਾਂ ਬਾਬਾ ਜੀ ਸਾਨੂੰ ਕਹਿਣ ਲੱਗੇ, ਇਹ ਤਾਂ ਥਾਂ ਗੁਰੂ ਸਾਹਿਬ ਨੇ ਲੈ ਲਿਆ ਹੈ, ਸਾਡੇ ਵਾਸਤੇ ਹੋਰ ਬਣਾਓ। ਇਸ ਪਰ ਉੱਥੇ ਇੱਕ ਮੰਜੇ ਜਿੰਨਾ ਹੋਰ ਥਾਂ ਕੱਟ ਕੇ ਭੋਰਾ ਜਿਹਾ ਬਣਾਇਆ। ਸਾਡੇ ਕੰਮ ਨੂੰ ਵੇਖ ਵੇਖ ਕੇ ਬਾਬਾ ਜੀ ਬੜੇ ਪ੍ਰਸੰਨ ਹੁੰਦੇ ਤੇ ਸਾਡੇ ਖਾਣ ਪੀਣ ਦਾ ਖਾਸ ਖਿਆਲ ਰੱਖਦੇ।
ਭਾਵੇਂ ਬਾਕੀ ਸੰਗੀਆਂ ਸਾਥੀਆਂ ਤੇ ਲੰਗਰ ਸੰਬੰਧੀ ਕੜਾਈ ਹੀ ਸੀ। ਇਸ਼ਨਾਨ ਕਰਨ ਵਾਲਾ ਚਸ਼ਮਾ ਜਿਸ ਦਾ ਜ਼ਿਕਰ ਉੱਤੇ ਆਇਆ ਹੈ, ਇਸ ਗੁਫਾ ਤੋਂ ਥੋੜ੍ਹੀ ਵਿੱਥ 'ਤੇ ਸੀ। ਚਸ਼ਮੇ ਦੇ ਨੇੜੇ ਇੱਕ ਬਹੁਤ ਵੱਡਾ ਪੱਥਰ ਸੀ, ਜਿਸ 'ਤੇ ਬਾਬਾ ਜੀ ਦੇ ਹੁਕਮ ਅਨੁਸਾਰ ਮੈਂ ਇਹ ਉਕਰਿਆ ਕਿ ਜਿਹੜਾ ਇਸ ਚਸ਼ਮੇ ਵਿੱਚ ਇਸ਼ਨਾਨ ਕਰੇਗਾ ਉਸਦੀ 84 ਕੱਟੀ ਜਾਵੇਗੀ। ਜਿੰਨਾ ਚਿਰ ਠਾਠ ਬਣਦਾ ਰਿਹਾ ਤਾਂ ਲੱਕੜੀ, ਚੰਦਰਾ ਆਦਿ ਸਮਾਨ ਤੋਂ ਛੁੱਟ ਭਾਵੇਂ ਵਕੀਲ ਹੋਰਾਂ ਦੇ ਰਾਹੀਂ ਲੰਗਰ ਦੀ ਸੇਵਾ ਦਿਨ ਵੀ ਅੰਗੀਕਾਰ ਕਰਦੇ ਰਹੇ, ਪਰ ਫੇਰ ਕਿਸੇ ਢੰਗ ਨਾਲ ਟਾਲ ਦਿੱਤੀ। ਤਾਂ ਇਹ ਸੇਵਾ ਕੁਝ ਸੰਗੀਆਂ ਨੇ ਹੀ ਆਪਸ ਵਿੱਚ ਵੰਡ ਲਈ ਤੇ ਉਹ ਵੀ ਪਰਚੀਆਂ ਪਾ ਕੇ। ਪਰਚੀ ਵਿੱਚ ਪਹਿਲਾ ਨੰਬਰ ਤਾਂ ਨਿਕਲਿਆ ਸਰਦਾਰ ਜ਼ੋਰਾਵਰ ਸਿੰਘ ਰਈਸ ਭਦੌੜ ਦਾ। ਬਾਕੀ ਨੰਬਰ ਸਨ ਮਾਝੇ ਦੇ ਸਰਦਾਰ ਸੁਰੈਣ ਸਿੰਘ ਦਿੱਲੀ ਦੇ, ਗੁਰੂ ਨਾਨਕ ਭੰਡਾਰ ਵਾਲਿਆਂ ਦੇ ਗੁਰਦਾਸਪੁਰੀਏ ਭਰਾ ਸਰਦਾਰ ਸੰਤਾ ਸਿੰਘ, ਸਰਦਾਰ ਸਾਧੂ ਸਿੰਘ ਹੋਰਾਂ ਦਾ। ਖਰਚ ਬੜਾ ਸੰਕੋਚਵਾਂ ਕਰਾਉਣ ਹਿੱਤ ਬਾਬਾ ਜੀ ਨੇ ਕਰੜੀ ਹਦਾਇਤ ਕੀਤੀ ਕਿ ਬਾਹਰੋਂ ਆਈ ਸੰਗਤ ਨੂੰ ਲੰਗਰ ਦਾ ਪ੍ਰਬੰਧ ਆਪ ਹੀ ਕਰਨਾ ਹੋਵੇਗਾ। ਜਿਸ ਤਰ੍ਹਾਂ ਕਿ ਇੱਕ ਵੇਰੀ ਕਰੋਲ ਦੇ ਟਿੱਬੇ ਤੇ ਚੋਜ ਕੀਤਾ, ਇੱਥੇ ਵੀ ਕੀਰਤਨੀਆਂ ਤੇ ਹੋਰ ਬੇਹੰਗਮਾਂ ਨੂੰ ਰੁੱਖਾਂ ਦੇ ਪੱਤਿਆਂ ਦਾ ਸਾਗ ਬਣਵਾ ਕੇ ਛਕਾਇਆ। ਭਦੌੜੀਏ ਸਰਦਾਰ ਨੇ ਆਪਣੀ ਸੁਪਤਨੀ ਨੂੰ ਘਰੋਂ ਬੁਲਾ ਕੇ ਲੰਗਰ ਦੀ ਦੇਖਭਾਲ ਉਹਨਾਂ ਦੇ ਸਪੁਰਦ ਤਾਂ ਕਰ ਦਿੱਤੀ, ਪਰ ਇੱਕ ਦਿਨ ਚੋਜੀ ਬਾਬਾ ਜੀ ਨੇ ਇਹ ਹੁਕਮ ਕਰ ਦਿੱਤਾ ਕਿ ਸਰਦਾਰ ਵੀ ਆਪਣੀ ਹੱਥੀਂ ਪਕਾ ਕੇ ਛਕਣ। ਸੋ ਇਹਨਾਂ ਕੱਚੇ ਪੀਲੇ ਜਿਹੋ ਜਿਹੇ ਫੁਲਕੇ ਬਣ ਸਕੇ ਬਣਾ ਕੇ ਉਵੇਂ ਹੀ ਭੋਗ ਕੇ ਥਾਲ ਵਿੱਚ ਪਰੋਸ ਦਿੱਤੀ। ਇੱਥੇ ਹੀ ਬਸ ਨਹੀਂ, ਸਰਦਾਰ ਕੋਲੋਂ ਪਾਣੀ ਵੀ ਚੁਆਇਆ। ਪਹਿਲਾਂ ਤਾਂ ਸਰਦਾਰ ਨੇੜਿਓਂ ਹੀ ਇੱਕ ਤੌੜਾ ਭਰ ਲਿਆਇਆ, ਪਰ ਆਉਂਦਿਆਂ ਹੀ ਬਾਬਾ ਜੀ ਨੇ ਪੁੱਛ ਲਿਆ ਕਿ ਕਿੱਥੋਂ ਲਿਆਂਦਾ ਹੈ। ਫਿਰ ਹੇਠੋਂ ਚਸ਼ਮੇ ਤੋਂ ਮੰਗਵਾਇਆ, ਪਿੱਛੋਂ ਤਾਂ ਸਰਦਾਰ ਹੋਰਾਂ ਦੇ ਤੌੜੇ ਵੀ ਲੈ ਆਉਣੇ। ਰਾਗੀਆਂ ਲਈ ਜਦ ਚਾਹ ਵੀ ਬੰਦ ਕੀਤੀ ਗਈ ਤਾਂ ਉਹਨਾਂ ਨੇ ਇਹ ਪੰਜ ਪੇਸ਼ ਕੀਤਾ ਕਿ ਜਿੱਥੇ ਇਹ ਚਾਹ ਨਾ ਪੀਵੇ ਤਾਂ ਗਿੱਲੜ ਹੋ ਜਾਂਦਾ ਹੈ। ਇਹ ਗੱਲ ਸੀ ਗਲਤ। ਸੋ ਬਾਬਾ ਜੀ ਫਰਮਾਉਣ ਲੱਗੇ, ਜੇ ਚਾਹ ਪੀਣੀਆਂ ਨੇ ਤੇ ਘਰਾਂ ਨੂੰ ਜਾਓ। ਸੋ ਮੋਠਾਂ ਦੀ ਦਾਲ ਤੇ ਸਧਾਰਨ ਪ੍ਰਸ਼ਾਦੇ ਇਹੋ ਕੁਝ ਹੀ ਮਿਲਣ ਲੱਗਾ। ਇੱਕ ਦਿਨ ਬਾਬਾ ਜੀ ਨੇ ਰਾਗੀਆਂ ਨੂੰ ਬਾਹਰ ਕੱਢ ਦਿੱਤਾ। ਛੁੱਟ ਭਾਈ ਕੇਹਰ ਸਿੰਘ, ਵੀ ਪੂਰਨ ਸਿੰਘ ਤੇ ਭਾਈ ਕਰਤਾਰ ਸਿੰਘ ਬਾਗਾਂ ਦੇ। ਜਦ ਉਹ ਜਾਣਾ ਨਾ ਚਾਹੁਣ ਤਾਂ ਬਾਬਾ ਜੀ ਕਹਿਣ ਲੱਗੇ, ਜੇ ਤੁਸੀਂ ਨਹੀਂ ਜਾਂਦੇ ਤਾਂ ਅਸੀਂ ਜਾਂਦੇ ਹਾਂ। ਇਵੇਂ ਮਜਬੂਰ ਹੋ ਉਹ ਚਲੇ ਗਏ ਤੇ 4 ਦਿਨ ਉਹ ਜੰਗਲ ਵਿੱਚ ਭੌਂਦੇ ਰਹੇ। ਕਿਤੋਂ 9 ਪੱਕੀਆਂ ਕਣਕਾਂ ਦੇ ਸਿੱਟੇ ਚੱਬ ਕੇ ਪਾਣੀ ਦਾ ਘੁੱਟ ਪੀ ਲੈਣਾ, ਇਵੇਂ ਹੀ ਝੱਟ ਲੰਘਾਇਆ। ਉੱਧਰ ਜਦ ਪੂਰਨਮਾਸ਼ੀ ਆ ਗਈ ਤਾਂ ਜਾ ਕੇ ਉਹਨਾਂ ਨੂੰ ਵਾਪਸ ਆਉਣ ਦੀ ਆਗਿਆ ਮਿਲੀ। ਇਤਨੀ ਕੜਾਈ ਹੋਈ। ਸਰਦਾਰਨੀ ਜਸਮੇਰ ਕੌਰ ਸਪੁਤਨੀ ਸਰਦਾਰ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਇੱਧਰ ਜੰਗਲ ਵਿੱਚ ਰਿੱਛ ਬੜੇ ਸਨ। ਇੱਕ ਦਿਨ ਸਾਨੂੰ ਸੁੱਝੀ ਕਿ ਹਨੇਰੇ ਵਿੱਚ ਮੀਲ ਭਰ ਵਿੱਥ ਤੋਂ ਆਉਂਦੇ ਹਾਂ, ਬੰਦੂਕ ਨਾਲ ਲੈ ਚੱਲਿਆ ਕਰੀਏ। ਉਸੇ ਸ਼ਾਮ ਬਾਣੀ ਕਰਦਿਆਂ ਬਾਬਾ ਜੀ ਨੇ ਬਚਨ ਕੀਤਾ ਕਿ ਇਉਂ ਨਾ ਸਮਝਿਆ ਕਰੋ ਕਿ ਅਸੀਂ ਇਕੱਲੇ ਹਾਂ। ਤੁਹਾਡੇ ਵਿੱਚੋਂ ਇੱਕ ਨਾਲ 2 ਸ਼ਹੀਦ ਸਿੰਘ ਹੁੰਦੇ ਹਨ। ਇਹ ਸੁਣ ਕੇ ਅਸੀਂ ਤਾਂ ਬੜੇ ਬੇਖੌਫ ਹੋ ਗਏ। ਨਗਰੋਟੇ ਪਹਿਲੀ ਪੂਰਨਮਾਸ਼ੀ 30 ਮਈ ਸ਼ਨਿਚਰਵਾਰ ਦੀ ਆਈ। ਇਸ ਅਵਸਰ ਤੇ ਹੇਠੋਂ ਸੰਗਤ ਵਿੱਚੋਂ ਕਲੇਰਾਂ ਦੀ ਸੰਗਤ ਦੇ ਮੁਖੀ ਸਰਦਾਰ ਰਤਨ ਸਿੰਘ ਜੀ ਅਨੁਸਾਰ ਅਸੀਂ 15 ਕੁ ਸੰਗੀ ਜਦ ਨਗਰੋਟੇ ਪੁੱਜੇ ਤਾਂ ਉੱਥੋਂ ਰੋਟੀ ਦਾ ਪ੍ਰਬੰਧ ਕੋਈ ਨਾ ਦੇਖਿਆ। ਸੜਕ ਤੇ ਇੱਕ ਦੁਕਾਨਦਾਰ ਸੀ, ਉਸਦੇ ਕੋਲ ਗਏ ਤਾਂ ਚਾਹ, ਦੁੱਧ, ਮਿੱਠਾ, ਆਟਾ ਜੋ ਕੁਛ ਉਸ ਤੋਂ ਮੰਗਿਆ ਉਸਨੇ ਦੇ ਦਿੱਤਾ। ਜਦ ਉਸਨੇ ਹਿਸਾਬ ਕੀਤਾ ਤਾਂ ਇੱਕ ਆਦਮੀ ਦਾ ਕੁੱਲ 4 ਆਨੇ ਰੋਜ਼ ਦਾ ਖਰਚ ਆਇਆ। ਮੇਰੇ ਆਉਣ ਤੇ ਅੱਗੇ ਤਾਂ ਮੈਨੂੰ ਝਟ ਬਾਬਾ ਜੀ ਬੁਲਾ ਲੈਂਦੇ ਸਨ, ਪਰ ਉਸ ਵੇਰੀ ਤੀਜੇ ਦਿਨ ਜਾ ਕੇ ਬੁਲਾਇਆ। ਪੁੱਛਣ ਲੱਗੇ, ਦੁਖੀ ਹੋਏਗਾ? ਮੇਰੇ ਅੱਗੋਂ ਕਹਿਣ ਤੇ, ਜੀ ਕਾਹਦੇ ਨਾਲ? ਰੋਟੀ ਟੁੱਕ ਦਾ ਇੱਥੇ ਪ੍ਰਬੰਧ ਨਹੀਂ ਹੈ। ਮੈਂ ਇੱਥੇ ਤਾਂ ਆਨੰਦ ਬਣਿਆ ਹੋਇਆ ਹੈ। ਅਸੀਂ ਤਾਂ ਘਰ ਨਾਲੋਂ ਵੀ ਸੁਖਾਲੇ। ਬਾਬਾ ਜੀ ਤੂੰ ਸਹਿ ਗਿਆ ਹੈ। ਮੈਂ ਜੀ ਤਕਲੀਫ ਇਹ ਤਾਂ ਸਾਡੇ ਵਿੱਚੋਂ ਕਿਸੇ ਵੀ ਨਹੀਂ ਮੰਨੀ, ਪਰ ਤਕਲੀਫ ਸਾਨੂੰ ਇੱਕ ਹੈ। ਉਹ ਕੀ?
ਨਾਲ ਸਾਡੇ ਵਾਪਸ ਚੱਲੋ। ਇੱਥੇ ਅਸੀਂ ਰੋਟੀਆਂ ਖਾਣ ਨਹੀਂ ਆਏ। ਇਹ ਸੁਣ ਖੁਸ਼ ਹੋ ਗਏ। ਭਾਈ ਸਾਹੂ ਰਾਮ ਨੇ ਦੱਸਿਆ ਕਿ ਜਦ ਮੈਂ ਨਗਰੋਟੇ ਦਰਸ਼ਨਾਂ ਨੂੰ ਗਿਆ ਤਾਂ ਉਸ ਵੇਲੇ ਇੱਕ ਦਿਨ ਠਹਿਰਨ ਦੀ ਆਗਿਆ ਸੀ। ਮੈਨੂੰ 3 ਪ੍ਰਸ਼ਾਦੇ ਦਿੱਤੇ ਗਏ। ਮੈਂ ਇੱਕ ਤਾਂ ਛਕ ਲਿਆ ਤੇ 2 ਪੱਲੇ ਬੰਨ੍ਹ ਲਏ ਤਾਂ ਬਾਬਾ ਜੀ ਨੇ ਅੰਦਰੋਂ ਹੁਕਮ ਘੱਲਿਆ ਕਿ ਇਸ ਨੂੰ ਇੱਥੇ ਕੱਢ ਦਿਓ। ਪੂਰਨਮਾਸ਼ੀ ਤੇ ਬੀਬੀ ਹਰਬੰਸ ਕੌਰ ਦੀ ਪ੍ਰੇਰਨਾ ਤੇ ਉਹਨਾਂ ਦੇ ਪਿਤਾ ਡਾਕਟਰ ਨੰਦ ਸਿੰਘ ਜੀ ਵੀ ਬਾਬਾ ਜੀ ਦੇ ਦਰਸ਼ਨਾਂ ਨੂੰ ਸਾਡੇ ਨਾਲ ਗਏ। ਉਹਨਾਂ ਨੇ ਸਾਡੇ ਸਾਰਿਆਂ ਪਾਸੋਂ ਬਾਬਾ ਜੀ ਦੀ ਬੜੀ ਮਹਿਮਾ ਸੁਣੀ ਹੋਈ ਸੀ। ਬਹੁਤ ਕਠਿਨਾਈ ਨਾਲ ਅਸੀਂ ਸ਼ਾਮ ਨੂੰ ਠਾਠ ਤੇ ਪੁੱਜੇ। ਹਾਲੀ ਉਹਨਾਂ ਨੂੰ ਭੁਗਤਾਉਣ ਦਾ ਅਵਸਰ ਹੀ ਨਾ ਮਿਲਿਆ। ਸਵੇਰੇ ਜਦ ਕੀਰਤਨ ਦੇ ਭੋਗ ਪਿੱਛੋਂ ਪੂਤਾ ਮਾਤਾ ਕੀ ਅਸੀਸ ਵਾਲਾ ਸ਼ਬਦ ਆਇਆ ਤਾਂ ਇਸੇ ਜਾਂ ਕਿਸੇ ਕਾਰਨ ਬਾਬਾ ਜੀ ਨੇ ਸਭ ਸੰਗਤ ਨੂੰ ਹੁਕਮ ਦਿੱਤਾ ਕਿ ਗੁਰੂ ਸਾਹਿਬ ਦੀ ਅਸੀਸ ਮਿਲ ਗਈ ਹੈ। ਹੁਣੇ ਹੀ ਤੁਸੀਂ ਸਭ ਘਰਾਂ ਨੂੰ ਚਲੇ ਜਾਓ। ਕੋਈ ਵੀ ਖਾਸ ਆਗਿਆ ਲਈ ਬੇਨਤੀ ਨਾ ਕਰੇ। ਡਾਕਟਰ ਸਾਹਿਬ ਘਰੋਂ 7-8 ਦਿਨ ਸਤਸੰਗ ਕਰਨ ਦਾ ਸੰਕਲਪ ਕਰਕੇ ਆਏ ਸਨ। ਸਾਨੂੰ ਕਹਿਣ ਲੱਗੇ ਕਿ ਮੈਂ ਹੀ ਪਾਪੀ ਹਾਂ, ਜਿਸ ਕਰਕੇ ਸਾਰੀ ਸੰਗਤ ਨੂੰ ਜਾਣ ਲਈ ਕਿਹਾ ਗਿਆ ਹੈ। ਹੋਰ ਵੀ ਕੋਈ ਸੰਗੀ ਇਤਨੀ ਛੇਤੀ ਵਾਪਸ ਜਾਣਾ ਨਹੀਂ ਸਨ ਚਾਹੁੰਦੇ, ਪਰ ਸਰਦਾਰ ਸਰਪੂਰਨ ਸਿੰਘ ਜੀ ਸਮੇਤ ਸਭ ਨੂੰ ਇਸ ਵਾਰੀ ਇੱਥੇ ਸਮੁੱਚੀ ਆਗਿਆ ਨੂੰ ਸਿਰ ਮੱਥੇ ਤੇ ਮੰਨ ਕੇ ਵਾਪਸ ਟੁਰਨਾ ਪਿਆ। ਪਰ ਇੱਕ ਸੰਗੀ ਨੂੰ 9 ਦਿਨਾਂ ਲਈ ਅਟਕਾ ਲਿਆ, ਉੱਥੇ ਹੀ ਬਿਠਾਈ ਰੱਖਿਆ। ਇਸ ਦਾ ਕਾਰਨ ਉਸ ਦੀ ਇੱਕ ਖਤਰੇ ਤੋਂ ਰੱਖਿਆ ਕਰਨ ਦਾ ਸੀ। ਜਿਵੇਂ ਕਿ ਭਾਈ ਪ੍ਰੀਤਮ ਸਿੰਘ ਦੀ ਹੱਡਬੀਤੀ ਵਿੱਚ ਆਇਆ ਹੈ ਕਿ ਜਦ 29 ਸੰਗੀ 18 ਪੈਦਲ ਤੋਂ 10 ਸਾਈਕਲ ਸਵਾਰ ਬੜਾ ਸਫ਼ਰ ਜਾਲਦੇ ਇੱਧਰੋਂ ਨਗਰੋਟੇ ਪੁੱਜੇ ਤਾਂ ਕੁਝ ਦਿਨਾਂ ਪਿੱਛੋਂ ਬਾਬਾ ਜੀ ਨੇ ਉਹਨਾਂ ਨੂੰ ਵੱਡਾ ਸੰਪਟ ਪਾਠ ਰੱਖਣ ਲਈ ਕਿਹਾ। ਇਸ ਵਿੱਚ 25 ਕੁ ਦਿਨ ਲੱਗ ਜਾਂਦੇ ਹਨ। ਉੱਧਰੋਂ ਅੰਨ ਪਾਣੀ ਦੀ ਕੜਾਈ ਸੀ ਤੇ ਪਿੱਛੇ ਜ਼ਿਮੀਂਦਾਰੇ ਦਾ ਕੰਮ ਵੀ ਇੰਨੇ ਸਮੇਂ ਲਈ ਛੱਡਿਆ ਨਹੀਂ ਸੀ ਜਾ ਸਕਦਾ। ਆਗਿਆ ਮੰਗਦੇ ਤਾਂ ਸ਼ਾਇਦ ਮਿਲਦੀ ਹੀ ਨਾ। ਇਹ ਸੋਚ ਸਵੇਰੇ ਕੁਝ ਤਾਂ ਇਵੇਂ ਹੀ ਖਿਸਕ ਗਏ। ਸਵੇਰ ਦੇ ਦੀਵਾਨ ਵਿੱਚ ਸੰਗਤ ਘੱਟ ਦੇਖ ਬਾਬਾ ਜੀ ਪੁੱਛਣ ਲੱਗੇ ਕਿ ਸੰਗਤ ਕਿੱਧਰ ਗਈ। ਪਤਾ ਲੱਗਣ ਤੇ ਸੁਭਾਵਿਕ ਬਚਨ ਕੀਤਾ ਕਿ ਸਹੁਰੇ ਕਿਤੇ ਫੜੇ ਹੀ ਨਾ ਜਾਣ। ਸੋ ਜਿਵੇਂ ਕਿ ਪਿੱਛੋਂ ਪਤਾ ਲੱਗਾ ਇਵੇਂ ਹੀ ਹੋਇਆ। ਗਰਮੀ ਦੀ ਰੁੱਤ ਕਾਰਨ ਹਨੇਰੇ ਸਵੇਰੇ ਜਵਾਨ ਮਲਵਈ ਸਿੱਖਾਂ ਨੂੰ ਪਹਾੜੀ ਇਲਾਕੇ ਵਿੱਚ ਜਾਂਦਿਆਂ ਵੇਖ ਪੁਲਿਸ ਨੇ ਫੜ ਲਿਆ ਤੇ 2-3 ਦਿਨ ਹਵਾਲਾਤ ਵਿੱਚ ਰੱਖ ਕੇ ਪੁੱਛ ਪੜਤਾਲ ਕਰਨ ਪਿੱਛੋਂ ਉਹਨਾਂ ਦੀ ਖਲਾਸੀ ਕੀਤੀ। ਜੋ ਪਿੱਛੇ ਰਹੇ ਉਹਨਾਂ ਤੋਂ ਵੱਡਾ ਸੰਪਟ ਪਾਠ ਦੀ ਥਾਂ ਛੋਟਾ ਸੰਪਟ ਅਖੰਡ ਪਾਠ ਕਰਵਾਇਆ। ਸਮਾਪਤੀ ਪਰ ਵਕੀਲ ਹੋਰਾਂ ਵੱਲੋਂ ਪੇਸ਼ ਕੀਤੀ ਭੇਟਾ ਸੰਬੰਧੀ ਜੋ ਬਚਨ ਹੋਏ ਤੇ ਪਾਠੀਆਂ ਦੇ ਰਵੱਈਏ ਦਾ ਜੋ ਪ੍ਰਭਾਵ ਪਿਆ, ਉਸ ਦਾ ਵਰਣਨ ਹੱਡਬੀਤੀ ਵਿੱਚ ਹੈ। ਬਾਬਾ ਜੀ ਜਦ ਨਗਰੋਟੇ ਸਨ ਤਾਂ ਝੋਰਾਂ ਵਿੱਚ ਕੁਝ ਨਾਸਤਕ ਨਿੰਦਕਾਂ ਨੇ ਇਸ਼ਤਿਹਾਰ ਜਿਹਾ ਛਪਾ ਮਾਰਿਆ। ਆਈ ਸੰਗਤ ਤੇ ਜਦ ਇਸ ਸ਼ਰਾਰਤ ਦਾ ਪਤਾ ਲੱਗਾ ਤਾਂ ਫਰਮਾਉਣ ਲੱਗੇ, ਭਾਈ ਜਵਾਬ ਦੇਣਾ ਸੀ, ਨਹੀਂ ਤਾਂ ਸੰਪਟ ਪਾਠ ਰੱਖਣਾ ਸੀ। ਸੰਗੀ ਕਹਿਣ ਲੱਗੇ ਕਿ ਜੀ ਸੰਪਟ ਪਾਠ ਦੇ ਪਾਠੀ ਨਹੀਂ ਸਨ ਮਿਲਦੇ। ਵਾਪਸ ਜਾਣ ਸਮੇਂ ਸੰਗਤ ਨੂੰ ਨਾ ਕੇਵਲ 25 ਅਖੰਡ ਪਾਠ ਕਰਨ ਦਾ ਹੁਕਮ ਦਿੱਤਾ, ਸਗੋਂ ਸਭ ਨੂੰ ਫਿਰ ਅੰਮ੍ਰਿਤ ਛਕਣ ਲਈ ਵੀ ਕਿਹਾ। ਇੱਥੋਂ ਤੱਕ ਕਿ ਜਿਸਨੇ ਅੱਗੇ ਛਕਿਆ ਹੋਇਆ ਸੀ ਉਹ ਵੀ ਛਕੇ, ਇਹ ਦੱਸ ਕੇ ਕਿ ਕਲਯੁਗ ਦੀ ਹਵਾ ਵਗਣ ਵਾਲੀ ਹੈ, ਫਿਰ ਛਕ ਲਵੋ। ਇੱਕ ਹੋਰ ਕਾਰਨ ਇਹ ਵੀ ਜਾਪਦਾ ਹੈ ਕਿ ਚੋਰਾਂ ਦੇ ਬਦਮਾਸ਼ਾਂ ਨੇ ਕਤਲ ਕਰ ਦਿੱਤਾ, ਕਿਉਂਕਿ ਉਹ ਪੁਲਿਸ ਨੂੰ ਡਰਾਇਆ ਦਿੰਦਾ ਸੀ। ਇਸ ਲਈ ਇਲਾਕੇ ਦੇ 12 ਪਿੰਡਾਂ ਦੀ ਨਿਗਰਾਨੀ ਕਰਨ ਲਈ ਝੋਰੀ ਚੌਂਕੀ ਬਿਠਾਈ ਗਈ ਸੀ, ਜਿਸ ਕਾਰਨ ਪੁਲਿਸ ਕਈ ਬੇਦੋਸ਼ੀਆਂ ਨੂੰ ਬੜਾ ਤੰਗ ਕਰਦੀ ਸੀ। ਬਾਬਾ ਜੀ ਨੇ ਇਹ ਵੀ ਹਦਾਇਤ ਦਿੱਤੀ ਸੀ ਕਿ ਪਾਠਾਂ ਦੇ ਹੁੰਦਿਆਂ ਕੋਈ ਬਾਹਰ ਨਾ ਜਾਵੇ। ਜਿਨ੍ਹਾਂ ਦੇ ਹੁਕਮ ਅਦੁੱਲੀ ਕੀਤੀ ਤਾਂ ਉਹ ਤਾਂ ਔਖੇ ਹੋਏ, ਪਰ ਬਾਕੀ ਕਿਸੇ ਨੂੰ ਤੱਤੀ ਵਾਹ ਵੀ ਨਾ ਲੱਗਣ ਦਿੱਤੀ ਤੇ ਨਿੰਦਕ ਕਿਸੇ ਹੋਰ ਕਾਰਨ ਕਰਕੇ ਫੜੇ ਗਏ। ਹੁਣ ਆਈਏ ਫਿਰ ਨਗਰੋਟੇ ਦੇ ਸਮਾਚਾਰ ਵੱਲ। ਹੋਰ ਕੀਰਤਨੀਆਂ ਤੋਂ ਛੁੱਟ ਇੱਥੇ ਆਪਣੇ ਪ੍ਰਸਿੱਧ ਕੀਰਤਨੀਏ ਨਾਲ ਵੀ ਜੋ ਕੜਾਈ ਬਾਬਾ ਜੀ ਨੇ ਕੀਤੀ, ਉਹ ਵੀ ਇੱਕ ਅਨੋਖੀ ਪਰਖ ਸੀ। ਜਿਵੇਂ ਕਿ ਹੋਰ ਦੱਸਿਆ ਗਿਆ ਹੈ ਕਿ ਭਾਈ ਸਾਹਿਬ ਸੰਤ ਸੁਜਾਨ ਸਿੰਘ ਜੀ ਬਹੁਤ ਉਪਰਾਤਮਾ
ਕਾਰਨ ਦੇਹਰਾਦੂਨ ਤੋਂ ਐਵੇਂ ਹੀ ਵਾਪਸ ਆ ਗਏ ਸਨ, ਜਿਵੇਂ ਕਿ ਉਹਨਾਂ ਦੇ ਭਾਣਜੇ ਭਾਈ ਸਰਦਾਰ ਕਰਤਾਰ ਸਿੰਘ ਦੀ ਹੱਡਬੀਤੀ ਵਿੱਚ ਆਇਆ ਹੈ ਕਿ ਉਹਨਾਂ ਦੇ ਭਣਵੱਈਆ ਭਾਈ ਰਾਮ ਸਿੰਘ ਬਾਬਾ ਜੀ ਦੀ ਕਿਰਪਾ ਨਾਲ ਇੱਕ ਸਖਤ ਬਿਮਾਰੀ ਤੋਂ ਰਾਜੀ ਹੋਣ ਉਪਰੰਤ ਆਪਣੇ ਪਰਿਵਾਰ ਸਹਿਤ ਪੂਰਨਮਾਸ਼ੀ ਦੇ ਅਵਸਰ ਤੇ ਦਰਸ਼ਨਾਂ ਨੂੰ ਆਏ ਤੇ ਭਾਈ ਸਾਹਿਬ ਨੂੰ ਵੀ ਨਾਲ ਲਿਆਏ। ਪਰ ਪਤਾ ਨਹੀਂ ਬਾਬਾ ਜੀ ਨੂੰ ਕਿਉਂ ਤੇ ਕਿਹੜੀਆਂ ਪ੍ਰੀਖਿਆ ਦਾ ਪਰਚਾ ਪਾਣਾ ਸੀ, ਉਹਨਾਂ ਨੂੰ ਨੇੜੇ ਹੀ ਨਾ ਢੁਕਣ ਦਿੱਤਾ। ਪਹਿਲਾਂ ਤਾਂ ਕੋਈ ਸਮਾਨ ਲਈ ਖਚਰਾ ਹੀ ਨਾ ਲੈਣ ਦੇਵੇ। ਜਦ 8 ਮੀਲ ਦਾ ਪੰਥ ਪਿੱਛੋਂ ਚੜ੍ਹਾਈ ਚੜ੍ਹ ਕੇ ਠਾਠ ਤੇ ਪੁੱਜੇ ਤਾਂ ਭਾਈ ਲੱਦਾ ਸਿੰਘ ਪਹਿਰੇਦਾਰ ਨੇ ਬਾਹਰ ਰੋਕ ਦਿੱਤਾ ਤੇ ਸਰਦਾਰ ਸੁਰੈਣ ਸਿੰਘ ਨੂੰ ਹੁਕਮ ਦੇ ਕੇ ਬਾਬਾ ਜੀ ਨੇ ਉਹਨੀ ਪੈਰੀ ਹੇਠਾਂ ਭੇਜ ਦਿੱਤਾ। ਨਾਲ ਹੀ ਭਾਈ ਰਾਮ ਸਿੰਘ ਹੋਰਾਂ ਨੂੰ, ਭਾਵੇਂ ਉਹ ਬਾਬਾ ਜੀ ਦੇ ਹੁਕਮ ਅੰਦਰ ਹੀ ਦਰਸ਼ਨਾਂ ਆਏ ਸਨ। ਚੌਖਾ ਹੇਠਾਂ ਜਾ ਕੇ ਘਰਾਟ ਸਨ, ਜਿਨ੍ਹਾਂ ਦੇ ਨਾਲ ਕੁਝ ਸਧਾਰਨ ਜਿਹੇ ਕੋਠੇ ਬਣੇ ਹੋਏ ਸਨ। ਲਾਚਾਰ ਉੱਥੇ ਇਹ ਜਾ ਕੇ ਠਹਿਰ ਗਏ। ਹਨੇਰਾ ਪਿਆ ਹੋਇਆ ਤੇ ਭੁੱਖੇ ਪਾਣੇ ਰਸਦ ਮੰਗਾ ਕੇ ਅਸੀਂ ਹੀ ਲੰਗਰ ਸਜਾਇਆ। ਸੰਤ ਲਕਸ਼ਮਣ ਸਿੰਘ ਦੇ ਰਾਹੀਂ ਸੁਨੇਹਾ ਭੇਜ ਕੇ ਭਾਈ ਰਾਮ ਸਿੰਘ ਹੋਰਾਂ ਤਾਂ ਪਰਿਵਾਰ ਸਹਿਤ ਬਾਬਾ ਜੀ ਨੇ ਉੱਤੇ ਮੰਗਾ ਲਿਆ, ਪਰ ਅੱਗੋਂ ਭਾਈ ਸਾਹਿਬ ਦੀ ਆਪਣੀ ਜ਼ੁਬਾਨੀ ਮੈਂ ਹੈਂਕੜ ਵਿੱਚ ਹੀ ਰਿਹਾ ਕਿ ਹੁਣ ਨਹੀਂ ਤਾਂ ਪੂਰਨਮਾਸ਼ੀ ਨੂੰ ਬੁਲਾ ਲੈਣਗੇ। ਪੂਰਨਮਾਸ਼ੀ ਵਿੱਚ ਇੱਕ ਅੱਧਾ ਦਿਨ ਹੀ ਸੀ। ਅਗਲੀ ਸਵੇਰ ਆਈ ਤੇ ਲੰਘ ਗਈ, ਫਿਰ ਦਿਨ ਤੇ ਅਗਲੀ ਸ਼ਾਮਾਂ ਵੀ ਲੰਘ ਗਏ, ਪਰ ਕੋਈ ਸੱਦਾ ਨਾ ਆਇਆ ਤੇ ਨਾ ਹੀ ਮੈਂ ਗਿਆ। ਪਿੱਛੋਂ ਇਤਨਾ ਸ਼ੁਕਰ ਕੀਤਾ ਕਿ ਇੰਨੀ ਅਕਲ ਹੋ ਗਈ ਕਿ ਘਰ ਨਾ ਮੁੜੇ ਤੇ ਉੱਥੇ ਬੈਠੇ ਤਾਂ ਰਹੇ। ਇੰਨੀ ਨਾ ਆਈ ਕਿ ਆਪ ਚਲੇ ਜਾਈਏ। ਇਸ ਤਰ੍ਹਾਂ ਪੁੰਨਿਆਂ ਦੀ ਰਾਤ ਵੀ ਲੰਘ ਗਈ। ਬਾਬਾ ਜੀ ਪਿਛਾਂਹ ਮੁੜੇ ਕੇ ਵੇਖਣ ਤੇ ਸੰਗੀਆਂ ਨੂੰ ਪੁੱਛਣ ਕਿ ਸੁਜਾਨ ਸਿੰਘ ਨਹੀਂ ਆਇਆ। ਅੱਗੋਂ ਜੀ ਨਹੀਂ ਆਇਆ ਦਾ ਉੱਤਰ ਸੁਣ ਬੱਲਿਓ ਮੁੰਡੇ ਦਾ ਕਿੱਡਾ ਦਿਮਾਗ ਹੈ। ਭੋਗ ਪੈਣ ਤੋਂ ਪਿੱਛੋਂ ਸਰਦਾਰ ਸੰਪੂਰਨ ਸਿੰਘ ਹੋਰੀ ਮੇਰੇ ਪਾਸ ਘਰਾਟ ਤੇ ਆ ਕੇ ਪੁੱਛਣ ਲੱਗੇ ਕਿ ਤੁਸੀਂ ਦੀਵਾਨ ਵਿੱਚ ਨਹੀਂ ਗਏ, ਤਾਂ ਮੈਂ ਕਿਹਾ ਕਿ ਮੈਨੂੰ ਬੁਲਾਇਆ ਨਹੀਂ ਗਿਆ। ਉਹ ਭਲਿਓ ਲੋਕੋ, ਤੁਸੀਂ ਸੱਦੇ ਨੂੰ ਉਡੀਕਦੇ ਰਹੇ ਹੋ, ਐਡੀ ਦੂਰੋਂ ਇੱਥੇ ਆ ਕੇ ਸਵੇਰ ਨੂੰ ਦੀਵਾਨ ਵਿੱਚ ਜ਼ਰੂਰ ਆਉਣਾ। ਸੋ ਮੈਂ ਦੀਵਾਨ ਵਿੱਚ ਗਿਆ, ਪਿੱਛੇ ਹੋ ਕੇ ਜਾ ਬੈਠਾ। ਸਰਦਾਰ ਸੰਪੂਰਨ ਸਿੰਘ ਹੋਰੀ ਮੈਨੂੰ ਕਹਿਣ ਲੱਗੇ, ਤੁਸੀਂ ਉੱਠ ਕੇ ਮਾਫੀ ਕਿਉਂ ਨਹੀਂ ਮੰਗਦੇ? ਮੈਂ ਸੋਚਿਆ ਕਿ ਜੇ ਇੰਨੀ ਹੀ ਗੱਲ ਹੈ ਤਾਂ ਮੈਂ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਖਲੋ ਗਿਆ। ਬਾਬਾ ਜੀ, ਕਿਉਂ ਭਾਈ? ਮੈਂ ਜੀ ਮਾਫੀ ਦਿਓ। ਬਾਬਾ ਜੀ, ਕਿਹੜੀ ਗੱਲ ਦੀ? ਮੈਂ ਦੇਹਰਾਦੂਨੋਂ ਬਿਨਾਂ ਆਗਿਆ ਚਲਾ ਆਇਆ ਸੀ। ਬਾਬਾ ਜੀ, ਤਾਂ ਸਾਡਾ ਕੀ ਗਿਆ? ਫਿਰ ਆਪੇ ਹੀ ਤੁਸੀਂ ਸਾਰੇ ਇੱਕੋ ਥਾਂ ਤੇ ਆਉਣ ਵਾਲੇ ਆਪਸ ਵਿੱਚ ਬੋਲ ਬੁਰਾਰਾ ਕਰ ਲੈਂਦੇ ਹੋ, ਰੋਸਾ ਭਰ ਲੈਂਦੇ ਹੋ। ਤੁਹਾਡੀ ਤੇ ਜਸਵੰਤ ਸਿੰਘ ਦੀ ਕਿਉਂ ਨਹੀਂ ਬਣਦੀ? ਮੈਂ ਸਮਝਿਆ ਕਿ ਕਿਹੜੀ ਗੱਲ ਕੱਢੀ ਨੇ। ਮੈਂ ਝੱਟ ਹੀ ਸਰਦਾਰ ਜਸਵੰਤ ਸਿੰਘ ਦੇ ਪੈਰੀ ਹੱਥ ਲਾ ਦਿੱਤਾ। ਉਹ ਮੈਂ ਤਾਂ ਕਦੇ ਕੁਝ ਨਹੀਂ ਕਿਹਾ। ਬਾਬਾ ਜੀ ਹੁਣ ਉਸ ਨੂੰ ਤਾੜਨਾ ਕਰਨ ਲੱਗ ਪਏ। ਮੈਂ ਜਾਣਦਾ ਹਾਂ ਉਹ ਤੇਰੀ ਪੈਰੀ ਪਿਆ ਹੈ ਤੇ ਤੂੰ ਕਿੱਲੇ ਵਾਂਗ ਅੱਗੋਂ ਖਲੋਤਾ ਰਿਹਾ ਹੈ। ਤੂੰ ਸਮਝਦਾ ਹੈ ਕਿ ਮੈਂ ਸਰਦਾਰ ਹਾਂ, ਕਿਸੇ ਨੂੰ 10 ਰੁਪਏ ਦੇ ਕੇ ਘਰ ਬੁਲਾ ਲਵਾਂਗਾ, ਉਹ ਵੀ ਕੀਰਤਨੀਏ ਹਨ। ਮੈਂ ਜੀ ਹੁਣ ਕੀ ਹੁਕਮ ਹੈ? ਬਾਬਾ ਜੀ, ਸਾਨੂੰ ਨਹੀਂ ਪਤਾ, ਸਤਿਗੁਰ ਨੂੰ ਪੁੱਛੋ, ਹੁਕਮਨਾਮ ਲਵੋ। ਆਪ ਹੀ ਅਰਦਾਸ ਕੀਤੀ, ਸੇਵਾਦਾਰ ਨੇ ਹੁਕਮਨਾਮਾ ਲਿਆ। ਹੁਕਮਨਾਮਾ ਆਇਆ, ਸੂਹੀ ਮਹਿਲਾ ਪਹਿਲਾ। ਪਾਂਡਾ ਹੱਛਾ ਸੋਏ ਜੋ ਤਿਸ ਪਾਵਸੀ, ਵਾਲਾ ਜਿਸ ਦੀ ਅੰਤਲੀ ਤੁਕ ਆਉਂਦੀ ਹੈ, ਚਲਿਆ ਪਥ ਸਿਉ ਜਨਮ ਸਵਾਰ ਵਾਜਾ ਵਾਇਸੀ। ਹੁਕਮਨਾਮਾ ਸੁਣ ਬਾਬਾ ਜੀ ਬੜਾ ਹੱਸ ਕੇ, ਤੂੰ ਬਖਸ਼ਿਸ਼ਾਂ ਦੇਈ ਜਾਨਾ ਹੈ ਤੇ ਮੈਂ ਐਵੇਂ ਗੁੱਸੇ ਹੋਈ ਜਾਨਾ ਹਾਂ। ਚੰਗਾ ਭਾਈ, ਤੁਧੂ ਵਜਾਇਆ ਕਰ ਤੇ ਹੁਣ ਹਾਜ਼ਰੀ ਲਵਾ ਲੈ। ਇਸ ਤਰ੍ਹਾਂ ਮਾਫੀ ਦਿੱਤੀ ਤੇ ਫਿਰ ਚੱਲ ਪ੍ਰਸ਼ਾਦ ਵਰਤਾ। ਰਾਤ ਪੁੰਨਿਆਂ ਨੂੰ ਪ੍ਰਸ਼ਾਦ ਟੀਨ ਵਿੱਚ ਬਚਿਆ ਪਿਆ ਸੀ, ਸੋ 7 ਬਚਨ ਕਰਕੇ ਮੈਂ ਵਰਤਾਇਆ। ਬਾਕੀ ਸਾਰੇ ਰਾਗੀ ਪਹਿਲਾਂ ਕੱਢ ਦਿੱਤੇ ਹੋਏ ਸਨ। ਇਵੇਂ ਕੀਰਤਨ ਦੀ ਸੇਵਾ ਬਖਸ਼ੀ, ਫਿਰ ਮਿਹਰਾਂ ਦਾ ਕੋਈ ਅੰਤ ਨਾ ਰਿਹਾ। ਭਾਈ ਮਿਹਰ ਪਿੱਛੋਂ ਆ ਜਾਂਦਾ ਹੈ ਮਨ ਵਿੱਚ ਮਾਨ, ਤੇ ਮਾਨ ਕੱਢਣ ਲਈ ਆਉਂਦੀ ਹੈ ਤਾੜਨਾ। ਸੋ ਇਵੇਂ ਹੀ ਹੋਇਆ।
ਪੂਰਨਮਾਸ਼ੀ ਦੀ ਪਿਛਲੀ ਸ਼ਾਮ ਨੂੰ ਕੀਰਤਨ ਵਿੱਚ ਜਦ ਭਾਈ ਸਾਹਿਬ ਨੇ ਸ਼ਬਦ ਲਾਇਆ, ਹਉ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ, ਮੇਰਾ ਨੀਰ ਵਹੇ ਵਹਿ ਚੱਲੇ ਜੀਓ, ਤਾਂ ਭਰੀ ਸੰਗਤ ਵਿੱਚ, ਜਿਨ੍ਹਾਂ ਵਿੱਚ 10-12 ਬੀਬੀਆਂ ਵੀ ਸਨ, ਬਾਬਾ ਜੀ ਨੇ ਫਿਰ ਤਾੜਨਾ ਸ਼ੁਰੂ ਕਰ ਦਿੱਤੀ। ਤੈਨੂੰ ਜੋ ਬੁਲਾਇਆ ਸੀ ਤੂੰ ਆਇਆ ਨਹੀਂ, ਪਰ ਤੂੰ ਆਵੇਂ ਕਿਉਂ? ਤੈਨੂੰ ਤਾਂ ਪਏ ਹੋਏ ਸਨ ਚਸਕੇ, ਰੋਟੀਆਂ ਖਾਣ ਦੇ, ਮੁੱਠੀ ਚਾਪੀ ਕਰਾਉਣ ਦੇ, ਮੱਥੇ ਟਿਕਾਉਣ ਦੇ। ਲੈ ਫਿਰ ਮੱਥਾ ਟੇਕ ਕੇ, ਅਸੀਂ ਤੀਵੀਆਂ ਤੋਂ ਵੀ ਮਾੜੇ ਹਾਂ। 3 ਵਾਰੀ ਮੱਥਾ ਟੇਕਿਆ, ਫਿਰ ਆਪਣੇ ਆਸਨੇ ਵੱਲ ਉਂਗਲੀ ਹੇਠਾਂ ਕਰਕੇ, ਲੈ ਆਹ ਜਗ੍ਹਾ ਤੈਨੂੰ ਦੇਣੀ ਸੀ ਤੇ ਅਸੀਂ ਚਲੇ ਜਾਣਾ ਸੀ ਜੰਗਲਾਂ ਵਿੱਚ, ਪਰ ਤੂੰ ਮੰਨਦਾ ਹੀ ਨਹੀਂ। ਤੂੰ ਨੱਸਿਆ ਫਿਰਦਾ ਹੈ, ਤੇਰੀ ਅੱਖ ਹੀ ਨਹੀਂ ਖੁੱਲ੍ਹਦੀ, ਤੇਰੇ ਪਿੱਛੇ ਐਨੇ ਸਫੇਦ ਹਾਥੀ ਬੰਨ੍ਹਣੇ ਪੈਂਦੇ ਹਨ। ਪੂਰਨਮਾਸ਼ੀ ਦੇ ਪਿੱਛੇ ਦਿੱਲੀ ਦੀਆਂ ਸੰਗਤਾਂ ਦੀ ਬੇਨਤੀ ਪਰ ਭਾਈ ਸਾਹਿਬ ਨੂੰ ਦਿੱਲੀ ਭੇਜਿਆ। ਇਸ ਸਮੇਂ ਜੋ ਹਦਾਇਤਾਂ ਦਿੱਤੀਆਂ ਉਹਨਾਂ ਵਿੱਚੋਂ ਕੁਝ ਦਾ ਜ਼ਿਕਰ ਹੋਰ ਥਾਂ ਵੀ ਹੈ। ਬਾਕੀ ਇਹ ਵੀ ਸਨ ਕਿ ਆਪਣੇ ਆਪ ਨੂੰ ਸੰਤ ਨਹੀਂ ਅਖਵਾਉਣਾ, ਆਪਣੇ ਅੱਗੇ ਪੈਸਾ ਨਹੀਂ ਚੜ੍ਹਨ ਦੇਣਾ, ਕਿਸੇ ਹੋਰ ਦੇ ਘਰ ਪ੍ਰਸ਼ਾਦ ਨਹੀਂ ਛਕਣ ਜਾਣਾ, ਕਿਸੇ ਮਾਈ ਤੋਂ ਮੱਥਾ ਨਹੀਂ ਟਿਕਾਣਾ। ਜੇ ਗੁਰਦੁਆਰੇ ਕੀਰਤਨ ਕਰਨ ਜਾਣਾ ਹੈ ਤਾਂ ਨੇਮ ਕਰਕੇ ਜਾਣਾ ਕਿ ਚੜਾਵਾ ਨਹੀਂ ਚੜੇਗਾ। ਸੋ ਇਹ ਸਰਦਾਰ ਸੰਪੂਰਨ ਸਿੰਘ ਹੋਰਾਂ ਨਾਲ ਆਏ ਇਰਵਿਨ ਰੋਡ ਤੇ ਇਹਨਾਂ ਦੇ ਘਰ ਰਾਹਤ ਠਹਿਰੇ ਤੇ ਉੱਥੇ ਹੀ ਕੀਰਤਨ ਕਰਨਾ ਸ਼ੁਰੂ ਕੀਤਾ। ਕਈ ਪ੍ਰੇਮੀਆਂ ਦੇ ਜ਼ੋਰ ਦੇਣ ਦੇ ਗੁਰਦੁਆਰਾ ਸੀਸਗੰਜ ਸਾਹਿਬ ਕੀਰਤਨ ਕਰਨ ਤਾਂ ਮੰਨ ਗਏ। ਪ੍ਰਬੰਧਕ ਕਹਿਣ ਕਿ ਚੜਾਵਾ ਤਾਂ ਬੰਦ ਨਹੀਂ ਕਰ ਸਕਦੇ, ਪਰ ਗੋਲਕ ਪੌੜੀਆਂ ਵਿੱਚ ਰੱਖ ਦਿੰਦੇ ਹਾਂ। ਸੋ ਇਸ ਤਰ੍ਹਾਂ ਗੁਰਦੁਆਰੇ ਸਾਹਿਬ ਇੱਕ ਕੀਰਤਨ ਹੋਇਆ। ਉਪਰੰਤ ਕਵੀ ਜੀ ਨੇ ਕੁਝ ਨੋਟ ਦੁਪੱਟੇ ਵਿੱਚ ਬੰਨ੍ਹ ਕੇ ਸਾਨੂੰ ਦੇਣੇ ਚਾਹੇ। ਅਸੀਂ ਨਾ ਨੁੱਕਰ ਕਰੇ, ਮੇਰੀ ਜ਼ਿੰਮੇਵਾਰੀ ਹੈ, ਤੁਸੀਂ ਲੈ ਲਵੋ। ਇਉਂ ਕਵੀ ਜੀ ਦੇ ਕਹਿਣ ਤੇ ਅਸੀਂ ਉਹ ਲੈ ਲਏ। ਇਸ ਦੇ ਪਿੱਛੋਂ ਕਵੀ ਹੋਰਾਂ ਨੂੰ ਬਾਬਾ ਜੀ ਦਾ ਸੁਨੇਹਾ ਆਇਆ ਕਿ ਸਾਨੂੰ ਨਗਰੋਟੇ ਵਾਪਸ ਭੇਜ ਦਿਓ। ਵਾਪਸ ਆਉਣ ਤੇ ਪੁੱਛਾਂ ਵੀ ਕੀਤੀਆਂ ਤੇ ਬਖਸ਼ਿਸ਼ਾਂ ਵੀ ਕੀਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।